ਮੇਰਾ ਨਾਮ ਮੀਰਾ ਹੈ। ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ। ਸ਼ਾਇਦ ਇਸੇ ਲਈ ਮਾਂ ਨੇ ਮੇਰਾ ਨਾਮ ਹੀ ਬਹੁਤ ਸੋਹਣਾ ਰੱਖਿਆ ਸੀ। ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ। ਮੈਂ 13 ਸਾਲਾਂ ਦੀ ਸੀ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਗਈ। ਹੁਣ ਘਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਸਾਡੀ ਪਿੰਡ ਵਿੱਚ ਕਾਫੀ ਜ਼ਮੀਨ ਸੀ, ਇਸ ਲਈ ਮੇਰੇ ਪਿਤਾ ਨੂੰ ਦੂਜਾ ਵਿਆਹ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਤੇ ਇੱਕ ਦਿਨ ਮੇਰੇ ਪਿਤਾ ਜੀ ਲਾੜਾ ਬਣ ਕੇ ਆਪਣੀ ਨਵੀਂ ਵਹੁਟੀ ਨੂੰ ਘਰ ਲੈ ਆਏ। ਮੇਰੀ ਇੱਕ ਛੋਟੀ ਭੈਣ ਵੀ ਸੀ। ਅਸੀਂ ਦੋਹਾਂ ਨੇ ਆਪਣੀ ਨਵੀਂ ਮਾਂ ਦੀ ਖੂਬ ਸਵਾਗਤ ਕੀਤਾ। ਮਤਰੇਈ ਮਾਂ ਉਮਰ ਵਿੱਚ ਪਿਤਾ ਤੋਂ ਬਹੁਤ ਛੋਟੀ ਸੀ, ਪਰ ਸੋਹਣੀ ਬਹੁਤ ਲੱਗਦੀ ਸੀ। ਖੈਰ, ਨਵੀਂ ਮੰਮੀ ਘਰ ਆਈ ਤੇ ਮੇਰੇ ਪਿਤਾ ਉਸ ਦੀ ਖਾਤਰਦਾਰੀ ਕਰਨ ਲੱਗ ਗਏ। ਪਿਤਾ ਜੀ ਸਵੇਰੇ ਕੰਮ ਤੇ ਚਲੇ ਜਾਂਦੇ ਸਨ ਤੇ ਅਸੀਂ ਦੋਵੇਂ ਭੈਣਾਂ ਸਕੂਲ ਚਲੀਆਂ ਜਾਂਦੀਆਂ। ਕੁਝ ਮਹੀਨੇ ਚੰਗੇ ਲੰਘੇ। ਫਿਰ ਇੱਕ ਦਿਨ ਜਦੋਂ ਅਸੀਂ ਸਕੂਲ ਤੋਂ ਵਾਪਸ ਘਰ ਆਈਆਂ ਤਾਂ ਇੱਕ ਆਦਮੀ ਸਾਡੇ ਘਰ ਬੈਠਾ ਸੀ। ਮਾਂ ਨੇ ਦੱਸਿਆ ਕਿ ਇਹ ਮੇਰਾ ਰਿਸ਼ਤੇਦਾਰ ਹੈ, ਕਿਸੇ ਹੋਰ ਪਿੰਡ ਤੋਂ ਆਇਆ ਹੈ। ਪਿਤਾ ਜੀ ਵੀ ਸ਼ਾਮ ਨੂੰ ਘਰ ਆ ਗਏ। ਮਤਰੇਈ ਮਾਂ ਦਾ ਉਹ ਰਿਸ਼ਤੇਦਾਰ ਸਾਡੇ ਘਰ ਕਿਸੇ ਕੰਮ ਲਈ ਆਇਆ ਸੀ। ਪਿਤਾ ਜੀ ਨੇ ਉਸ ਦੀ ਵੀ ਬਹੁਤ ਸੇਵਾ ਕੀਤੀ। ਉਹ ਕੁਝ ਦਿਨ ਸਾਡੇ ਘਰ ਰਿਹਾ, ਫਿਰ ਚਲਾ ਗਿਆ। ਉਸ ਦਾ ਨਾਮ ਮਨਜੀਤ ਸੀ। ਮਾਂ ਤੋਂ 2-3 ਸਾਲ ਛੋਟਾ ਲੱਗਦਾ ਸੀ। ਸਮਾਂ ਬੀਤਦਾ ਗਿਆ। ਹੁਣ ਉਹ ਕਦੇ ਵੀ ਸਾਡੇ ਘਰ ਆ ਜਾਂਦਾ ਸੀ। ਇੱਕ ਦਿਨ ਜਦੋਂ ਅਸੀਂ ਦੋਵੇਂ ਭੈਣਾਂ ਸਕੂਲ ਤੋਂ ਘਰ ਵਾਪਸ ਆਈਆਂ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ ਤੇ ਮਾਂ ਵੀ ਨਹੀਂ ਦਿਸ ਰਹੀ ਸੀ। ਸਨਾਟਾ ਛਾਇਆ ਹੋਇਆ ਸੀ। ਦਰਵਾਜ਼ੇ ਦੀ ਹਲਕੀ ਜਿਹੀ ਦਰਾੜ ਰਾਹੀਂ ਅੰਦਰ ਝਾਤੀ ਮਾਰੀ ਤਾਂ ਉਹ ਮਾਂ ਦਾ ਰਿਸ਼ਤੇਦਾਰ, ਜਿਸ ਦਾ ਨਾਮ ਮਨਜੀਤ ਸੀ, ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਲੇਟਿਆ ਹੋਇਆ ਸੀ। ਮਾਂ ਪਿਆਰ ਨਾਲ ਉਸਦੇ ਵਾਲਾਂ ਵਿੱਚ ਹੱਥ ਫੇਰ ਰਹੀ ਸੀ। ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ, ਕਿਉਂਕਿ ਉਹ ਮੇਰੇ ਪਿਤਾ ਨੂੰ ਧੋਖਾ ਦੇ ਰਹੀ ਸੀ। ਮੇਰੀ ਭੈਣ ਮੇਰੇ ਤੋਂ 1 ਸਾਲ ਛੋਟੀ ਸੀ। ਜਦੋਂ ਮੈਂ ਇਹ ਗੱਲ ਆਪਣੀ ਭੈਣ ਨੂੰ ਦੱਸੀ ਤਾਂ ਉਸਨੇ ਕਿਹਾ, ਮੀਨਾ ਦੇਖ, ਅਜਿਹੇ ਮਾਮਲਿਆਂ ਵਿੱਚ ਸਾਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਅਜਿਹਾ ਨਾ ਹੋਵੇ ਕਿ ਪਿਤਾ ਕਿਸੇ ਮੁਸੀਬਤ ਵਿੱਚ ਫਸ ਜਾਣ। ਚੁੱਪ ਰਹਿਣਾ ਹੀ ਬਿਹਤਰ ਹੈ। ਮੈਂ ਵੀ ਚੁੱਪ ਰਹਿਣ ਵਿੱਚ ਭਲਾਈ ਸਮਝੀ ਤੇ ਕਿਸੇ ਨਾਲ ਇਸ ਦਾ ਜ਼ਿਕਰ ਨਾ ਕੀਤਾ। ਸਮਾਂ ਬੀਤਦਾ ਗਿਆ। ਅਸੀਂ ਸਭ ਕੁਝ ਜਾਣਦੀਆਂ ਹੋਈਆਂ ਵੀ ਚੁੱਪ ਰਹੀਆਂ, ਪਰ ਮੈਨੂੰ ਪਤਾ ਸੀ ਕਿ ਸਾਡੀ ਇਹ ਚੁੱਪ ਇੱਕ ਦਿਨ ਤੂਫਾਨ ਵਿੱਚ ਬਦਲ ਜਾਵੇਗੀ। ਸਮਾਂ ਬੀਤਦਾ ਗਿਆ। ਫਿਰ ਇੱਕ ਦਿਨ ਸਵੇਰੇ ਮਤਰੇਈ ਮਾਂ ਬਹੁਤ ਉੱਚੀ-ਉੱਚੀ ਰੋ ਰਹੀ ਸੀ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਕਮਰੇ ਵਿੱਚ ਜਾ ਕੇ ਦੇਖਿਆ, ਮੇਰੀ ਮਾਂ ਉੱਚੀ-ਉੱਚੀ ਕਹਿ ਰਹੀ ਸੀ, ਮੈਂ ਕੀ ਕਰਾਂਗੀ, ਉਹ ਮੈਨੂੰ ਭਰੀ ਜਵਾਨੀ ਵਿੱਚ ਛੱਡ ਕੇ ਚਲਾ ਗਿਆ। ਮੈਨੂੰ ਵੱਡਾ ਝਟਕਾ ਲੱਗਾ, ਕਿਉਂਕਿ ਪਿਤਾ ਜੀ ਦੀ ਮੌਤ ਹੋ ਗਈ ਸੀ। ਜਦੋਂ ਮੈਂ ਨੇੜਿਓਂ ਦੇਖਿਆ ਤਾਂ ਪਿਤਾ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਮੈਂ ਸਮਝ ਗਈ, ਇਹ ਸਭ ਕੁਝ ਇਸ ਔਰਤ ਨੇ ਕੀਤਾ ਹੈ। ਉਸਨੇ ਜਲਦੀ ਤੋਂ ਜਲਦੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਉਹਨਾਂ ਵਿੱਚ ਮਨਜੀਤ ਵੀ ਸ਼ਾਮਲ ਸੀ। ਫਿਰ ਪਿਤਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ, ਪਰ ਬਾਅਦ ਵਿੱਚ ਸਾਡੀ ਮਤਰੇਈ ਮਾਂ ਬਹੁਤ ਬਦਲ ਗਈ ਸੀ। ਸਾਨੂੰ ਗੱਲ-ਗੱਲ ਤੇ ਝਿੜਕਣ ਲੱਗੀ ਤੇ ਫਿਰ ਸਾਨੂੰ ਸਕੂਲ ਜਾਣ ਤੋਂ ਵੀ ਰੋਕ ਦਿੱਤਾ ਗਿਆ। ਮਤਰੇਈ ਮਾਂ ਹੁਣ ਸਾਨੂੰ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲਾਈ ਰੱਖਦੀ। ਜਦੋਂ ਅਸੀਂ ਘਰ ਦਾ ਸਾਰਾ ਕੰਮ ਖਤਮ ਕਰ ਲੈਂਦੀਆਂ ਤਾਂ ਕਹਿੰਦੀ ਕਿ ਇੱਕ ਜਣੀ ਮੇਰੇ ਪੈਰ ਦਬਾਓ, ਇੱਕ ਜਣੀ ਮੇਰੇ ਸਿਰ ਦੀ ਮਾਲਿਸ਼ ਕਰੋ। ਮਨਜੀਤ ਨੇ ਹੌਲੀ-ਹੌਲੀ ਮੇਰੇ ਪਿਤਾ ਦੀ ਸਾਰੀ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਹੁਣ ਉਹ ਸਾਡੇ ਘਰ ਰਹਿਣ ਲੱਗ ਗਿਆ। ਇੱਕ ਦਿਨ ਜਦੋਂ ਮੈਂ ਮਤਰੇਈ ਮਾਂ ਦੇ ਪੈਰ ਦਬਾ ਰਹੀ ਸੀ ਤਾਂ ਮਨਜੀਤ ਵੀ ਕੋਲ ਹੀ ਬੈਠਾ ਸੀ। ਛੋਟੀ ਭੈਣ ਨੂੰ ਕਹਿੰਦਾ, ਚੱਲ ਮੇਰੇ ਵੀ ਪੈਰ ਦਬਾ। ਮੈਂ ਕਿਹਾ, ਮੇਰੀ ਭੈਣ ਤੇਰੇ ਪੈਰ ਨਹੀਂ ਦਬਾਏਗੀ ਤੇ ਸਾਡੇ ਤੋਂ ਕੋਈ ਉਮੀਦ ਵੀ ਨਾ ਰੱਖਣਾ। ਮਤਰੇਈ ਮਾਂ ਨੇ ਤੁਰੰਤ ਉੱਠ ਕੇ ਮੈਨੂੰ ਜ਼ੋਰਦਾਰ ਥੱਪੜ ਮਾਰਿਆ। ਮੇਰੇ ਹੱਥ ਵਿੱਚ ਤੇਲ ਦੀ ਬੋਤਲ ਸੀ। ਸਾਰਾ ਤੇਲ ਮਾਂ ਦੇ ਡੁੱਲ ਗਿਆ। ਮਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ, ਪਰ ਉਸ ਸਮੇਂ ਮੈਨੂੰ ਮਨਜੀਤ ਨੇ ਬਚਾ ਲਿਆ ਤੇ ਮੈਨੂੰ ਕਮਰੇ ਵਿੱਚ ਭੇਜ ਦਿੱਤਾ। ਉਸ ਦਿਨ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਵਿੱਚ ਨਹੀਂ ਰਹਾਂਗੀ। ਸਾਰੀ ਰਾਤ ਅਸੀਂ ਦੋਵੇਂ ਭੈਣਾਂ ਨੇ ਜਾਗ ਕੇ ਗੁਜ਼ਾਰੀ। ਸਵੇਰੇ 5 ਵਜੇ ਉੱਠ ਕੇ ਅਸੀਂ ਆਪਣੇ ਕੱਪੜੇ ਇੱਕ ਗਠੜੀ ਵਿੱਚ ਬੰਨ੍ਹ ਕੇ ਘਰੋਂ ਤੁਰ ਪਈਆਂ। ਜਾਂਦੀ ਵਾਰ ਘਰ ਦੇ ਬਾਹਰ ਖੜ ਕੇ 2 ਪਲ ਪਿਆਰ ਨਾਲ ਆਪਣੇ ਘਰ ਨੂੰ ਵੇਖਿਆ ਤੇ ਫਿਰ ਭੈਣ ਦਾ ਹੱਥ ਫੜ ਕੇ ਮੈਂ ਕਾਹਲੀ ਨਾਲ ਬੱਸ ਸਟੈਂਡ ਵੱਲ ਤੁਰ ਪਈ। ਮੈਨੂੰ ਪਤਾ ਸੀ ਕਿ ਹਰ ਰੋਜ਼ ਸਵੇਰੇ 6 ਵਜੇ ਬੱਸ ਪਿੰਡ ਤੋਂ ਸ਼ਹਿਰ ਨੂੰ ਜਾਂਦੀ ਹੈ। ਅਸੀਂ ਦੋਵੇਂ ਬੱਸ ਸਟੈਂਡ ਪਹੁੰਚ ਗਈਆਂ। ਜਦੋਂ 6 ਵਜੇ ਵਾਲੀ ਬੱਸ ਆਈ ਤਾਂ ਅਸੀਂ ਬੱਸ ਵਿੱਚ ਬੈਠ ਗਈਆਂ। ਸ਼ਹਿਰ ਵਿੱਚ ਮੇਰੇ ਪਿਤਾ ਦਾ ਇੱਕ ਦੋਸਤ ਰਹਿੰਦਾ ਸੀ ਜੋ ਪਿਤਾ ਤੋਂ ਕਣਕ ਖਰੀਦਦਾ ਸੀ, ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਸਨੇ ਵੀ ਪਿੰਡ ਆਉਣਾ ਬੰਦ ਕਰ ਦਿੱਤਾ ਸੀ। ਮੈਨੂੰ ਉਸਦੇ ਘਰ ਦਾ ਪਤਾ ਸੀ, ਕਿਉਂਕਿ ਮੈਂ ਪਹਿਲਾਂ ਵੀ ਪਿਤਾ ਦੇ ਨਾਲ ਇੱਕ ਵਾਰ ਉਹਨਾਂ ਦੇ ਘਰ ਗਈ ਸੀ। ਅਸੀਂ ਦੋਵੇਂ ਚਾਚੇ ਦੇ ਘਰ ਪਹੁੰਚ ਗਈਆਂ। ਚਾਚਾ ਸਾਨੂੰ ਬਹੁਤ ਪਿਆਰ ਨਾਲ ਮਿਲਿਆ। ਅਸੀਂ ਉਸ ਨੂੰ ਸਭ ਕੁਝ ਦੱਸ ਦਿੱਤਾ। ਚਾਚਾ ਬੋਲਿਆ, ਜੇ ਤੁਹਾਡਾ ਪਿਤਾ ਜਿਉਂਦਾ ਹੁੰਦਾ ਤਾਂ ਇਹ ਸਭ ਨਹੀਂ ਹੋਣਾ ਸੀ।
ਖੈਰ ਛੱਡੋ, ਚਿੰਤਾ ਨਾ ਕਰੋ, ਮੈਂ ਅਜੇ ਵੀ ਜਿੰਦਾ ਹਾਂ। ਮੈਨੂੰ ਤੁਸੀਂ ਆਪਣੇ ਪਿਤਾ ਸਮਾਨ ਹੀ ਸਮਝੋ ਤੇ ਤੁਸੀਂ ਜਿੰਨਾ ਚਿਰ ਚਾਹੋ ਇੱਥੇ ਰਹੋ। ਮੈਂ ਕਿਹਾ ਠੀਕ ਹੈ ਚਾਚਾ ਜੀ, ਪਰ ਸਾਡੇ ਤੇ ਇੱਕ ਅਹਿਸਾਨ ਕਰੋ। ਅਸੀਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀਆਂ। ਸਾਨੂੰ ਕੋਈ ਕੰਮ ਲੱਭ ਦਿਓ। ਅਸੀਂ ਕੁਝ ਦਿਨ ਮੇਰੇ ਚਾਚੇ ਦੇ ਘਰ ਰਹੀਆਂ, ਫਿਰ ਉਹਨਾਂ ਨੇ ਸਾਨੂੰ ਇੱਕ ਕੋਠੀ ਵਿੱਚ ਕੰਮ ਤੇ ਲਵਾ ਦਿੱਤਾ। ਕੋਠੀ ਬਹੁਤ ਵੱਡੀ ਸੀ। ਉਹਨਾਂ ਨੇ ਸਾਨੂੰ ਰਹਿਣ ਲਈ ਇੱਕ ਛੋਟਾ ਜਿਹਾ ਸਟੋਰ ਦੇ ਦਿੱਤਾ। ਕੋਠੀ ਵਿੱਚ ਮਾਲਕ ਤੇ ਉਸਦੀ ਪਤਨੀ ਰਹਿੰਦੇ ਸੀ। ਉਹਨਾਂ ਦੀ ਇੱਕ ਬੇਟੀ ਸੀ ਜੋ ਮੇਰੇ ਤੋਂ ਥੋੜੀ ਛੋਟੀ ਸੀ ਤੇ ਇੱਕ ਬੇਟਾ ਜੋ ਸਿਰਫ 1 ਸਾਲ ਦਾ ਸੀ। ਕੁਝ ਦਿਨਾਂ ਵਿੱਚ ਹੀ ਮੈਂ ਘਰ ਦਾ ਸਾਰਾ ਕੰਮ ਸਿੱਖ ਲਿਆ। ਮਾਲਕਣ ਵੀ ਮੇਰੇ ਤੋਂ ਬਹੁਤ ਖੁਸ਼ ਸੀ। ਸਾਹਿਬ ਜੀ ਦੀ ਕੋਠੀ ਵਿੱਚ ਇੱਕ ਮੁੰਡਾ ਵੀ ਰਹਿੰਦਾ ਸੀ ਜੋ ਮਾਲਕਣ ਦਾ ਡਰਾਈਵਰ ਸੀ। ਉਹ ਸਵੇਰੇ ਆਉਂਦਾ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲਾ ਜਾਂਦਾ ਸੀ। ਸਮਾਂ ਬੀਤਦਾ ਗਿਆ। ਮੈਂ ਨੋਟ ਕੀਤਾ ਜਦੋਂ ਸਾਹਿਬ ਘਰੇ ਚਲੇ ਜਾਂਦੇ ਤਾਂ ਉਹ ਡਰਾਈਵਰ ਅਕਸਰ ਮਾਲਕਣ ਦੇ ਕਮਰੇ ਵਿੱਚ ਬੈਠਾ ਰਹਿੰਦਾ। ਮੇਰੀ ਅੰਦਰ ਜਾਣ ਦੀ ਹਿੰਮਤ ਨਹੀਂ ਸੀ ਕਿ ਮੈਂ ਕੁਝ ਪੁੱਛ ਸਕਾਂ ਜਾਂ ਅੰਦਰ ਜਾ ਕੇ ਦੇਖਾਂ ਕਿ ਡਰਾਈਵਰ ਇੰਨੇ ਸਮੇਂ ਤੋਂ ਕਮਰੇ ਦੇ ਵਿੱਚ ਕੀ ਕਰ ਰਿਹਾ ਸੀ। ਜਦੋਂ ਮੈਂ ਇਹ ਗੱਲ ਆਪਣੀ ਛੋਟੀ ਭੈਣ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਚੁੱਪ ਕਰ ਜਾ, ਇੱਕ ਹੀ ਸਹਾਰਾ ਹੈ ਸਾਡੇ ਰਹਿਣ ਦਾ, ਉਹ ਵੀ ਨਹੀਂ ਰਹੇਗਾ ਤਾਂ ਫਿਰ ਸਾਨੂੰ ਕਿਤੇ ਹੋਰ ਧੱਕੇ ਖਾਣੇ ਪੈਣਗੇ। ਮੈਂ ਇੱਕ ਵਾਰ ਫਿਰ ਚੁੱਪ ਰਹੀ। ਫਿਰ ਇੱਕ ਦਿਨ ਸ਼ਾਮ ਦਾ ਵੇਲਾ ਸੀ। ਮਾਲਕਣ ਕਹਿਣ ਲੱਗੀ, ਜਾ ਮੁੰਨੇ ਨੂੰ ਬਾਹਰ ਪਾਰਕ ਵਿੱਚ ਖੜਾ ਲਿਆ। ਮੈਂ ਮੁੰਨੇ ਨੂੰ ਲੈ ਕੇ ਪਾਰਕ ਵਿੱਚ ਚਲੀ ਗਈ, ਪਰ ਮੁੰਨਾ ਚੁੱਪ ਨਹੀਂ ਕਰਦਾ ਪਿਆ ਸੀ। ਕਾਫੀ ਦੇਰ ਤੱਕ ਮੈਂ ਕੋਸ਼ਿਸ਼ ਕਰਦੀ ਰਹੀ। ਫਿਰ ਮੈਂ ਉਸ ਨੂੰ ਲੈ ਕੇ ਘਰ ਵਾਪਸ ਆ ਗਈ। ਜਦੋਂ ਮੈਂ ਇੱਧਰ ਉੱਧਰ ਦੇਖਿਆ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਇਆ। ਮੈਂ ਸੋਚਿਆ ਕਿ ਮਾਲਕਣ ਛੱਤ ਤੇ ਹੋਵੇਗੀ। ਮੈਂ ਮੁੰਨੇ ਨੂੰ ਆਪਣੀ ਛੋਟੀ ਭੈਣ ਕੋਲ ਛੱਡ ਗਈ ਤੇ ਮੈਂ ਮਾਲਕਣ ਨੂੰ ਵੇਖਣ ਲਈ ਚਲੀ ਗਈ। ਉੱਪਰ ਗਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਮੈਂ ਚੁੱਪਚਾਪ ਦਰਵਾਜ਼ੇ ਦੇ ਵਿੱਚੋਂ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਸੋਫੇ ਤੇ ਮਾਲਕਣ ਬੈਠੀ ਸੀ ਤੇ ਡਰਾਈਵਰ ਨੇੜੇ ਹੀ ਬੈਠਾ ਗੰਦੀਆਂ ਹਰਕਤਾਂ ਕਰ ਰਿਹਾ ਸੀ। ਮੈਂ ਹੈਰਾਨ ਰਹਿ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਪੜ੍ਹੀ ਲਿਖੀ ਤੇ ਸੂਝਵਾਨ ਔਰਤ ਅਜਿਹਾ ਕੰਮ ਕਰ ਸਕਦੀ ਹੈ। ਉਸੇ ਸਮੇਂ ਮਾਲਕਣ ਨੂੰ ਸ਼ੱਕ ਹੋ ਗਿਆ ਕਿ ਕੋਈ ਸਾਨੂੰ ਦੇਖ ਰਿਹਾ। ਉਸਨੇ ਦਰਵਾਜ਼ੇ ਦੇ ਹੇਠੋਂ ਮੇਰੇ ਪੈਰ ਦੇਖ ਲਏ ਸੀ। ਉਹਨੇ ਭੱਜ ਕੇ ਦਰਵਾਜ਼ਾ ਖੋਲ੍ਹ ਦਿੱਤਾ। ਮੈਨੂੰ ਸਮਝ ਨਹੀਂ ਆਈ ਕਿ ਮੈਂ ਹੁਣ ਕੀ ਕਰਾਂ। ਫਿਰ ਮਾਲਕਣ ਨੇ ਮੇਰੀ ਬਾਂਹ ਫੜੀ ਤੇ ਅੰਦਰ ਲੈ ਗਈ ਤੇ ਦਰਵਾਜ਼ਾ ਬੰਦ ਕਰ ਲਿਆ। ਫਿਰ ਇੱਕ ਜ਼ੋਰ ਨਾਲ ਚਪੇੜ ਮੇਰੇ ਮੂੰਹ ਤੇ ਮਾਰੀ ਤੇ ਕਹਿਣ ਲੱਗੀ, ਤੈਨੂੰ ਮੁੰਨੇ ਨੂੰ ਬਾਹਰ ਪਾਰਕ ਵਿੱਚ ਲੈ ਕੇ ਜਾਣ ਲਈ ਕਿਹਾ ਸੀ। ਮੈਂ ਕਿਹਾ ਮਾਲਕਣ, ਪਰ ਉਸਨੇ ਮੇਰੀ ਕੋਈ ਗੱਲ ਨਹੀਂ ਸੁਣੀ। ਤੁਰੰਤ ਮੈਨੂੰ ਵਾਲਾਂ ਤੋਂ ਫੜ ਲਿਆ ਤੇ ਫਰਸ਼ ਤੇ ਸੁੱਟ ਦਿੱਤਾ ਤੇ ਜ਼ੋਰ ਨਾਲ ਲੱਤ ਮੇਰੇ ਢਿੱਡ ਵਿੱਚ ਮਾਰੀ। ਮੈਂ ਹੱਥ ਜੋੜ ਕੇ ਮਾਫੀ ਮੰਗੀ। ਮਾਲਕਣ, ਮੈਂ ਕੁਝ ਨਹੀਂ ਦੇਖਿਆ। ਉਸਨੇ ਕਿਹਾ, ਹੁਣ ਮੈਂ ਤੈਨੂੰ ਦੱਸਾਂਗੀ ਤੂੰ ਕੀ ਵੇਖਿਆ ਤੇ ਕੀ ਨਹੀਂ। ਤੇ ਫਿਰ ਉਸਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਡਰਾਈਵਰ ਨੇ ਮੈਨੂੰ ਫੜ ਲਿਆ। ਫਿਰ ਮਾਲਕਣ ਸੋਫੇ ਤੇ ਬੈਠ ਗਈ ਜਿਵੇਂ ਕੋਈ ਤਮਾਸ਼ਾ ਦੇਖ ਰਹੀ ਹੋਵੇ ਤੇ ਡਰਾਈਵਰ ਨੇ ਉਸਦੇ ਸਾਹਮਣੇ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ। ਮੈਂ ਰੋਂਦੀ ਚੀਕਦੀ ਰਹੀ, ਪਰ ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਉਸ ਤੋਂ ਬਾਅਦ ਉਹ ਦੋਵੇਂ ਮੈਨੂੰ ਕਮਰੇ ਵਿੱਚ ਛੱਡ ਕੇ ਹੇਠਾਂ ਚਲੇ ਗਏ। ਮੈਂ ਰੋਣ ਤੋਂ ਇਲਾਵਾ ਕੁਝ ਨਹੀਂ ਕਰ ਸਕੀ। ਸਾਹਿਬ ਸ਼ਾਮ ਨੂੰ ਘਰ ਆਏ ਤਾਂ ਆਉਂਦਿਆਂ ਹੀ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਕਹਿਣ ਲੱਗੇ ਕਿ ਤੂੰ ਮਾਲਕਣ ਦੇ ਪਰਸ ਵਿੱਚੋਂ ਚੋਰੀ ਕੀਤੀ ਹੈ। ਮੈਂ ਕਿਹਾ, ਨਹੀਂ ਸਾਹਿਬ। ਇਸੇ ਦੌਰਾਨ ਮਾਲਕਣ ਉੱਠੀ ਤੇ ਮੇਰੇ ਮੂੰਹ ਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗੀ, ਮੈਂ ਖੁਦ ਇਹਨੂੰ ਮੇਰੇ ਕਮਰੇ ਦੀ ਅਲਮਾਰੀ ਵਿੱਚੋਂ ਪੈਸੇ ਚੋਰੀ ਕਰਦੀ ਨੂੰ ਦੇਖਿਆ ਹੈ। ਮਾਲਕਣ ਨੇ ਡਰਾਈਵਰ ਨੂੰ ਬੁਲਾਇਆ ਤੇ ਕਹਿਣ ਲੱਗੀ, ਜੇ ਤੁਸੀਂ ਚਾਹੋ ਤਾਂ ਡਰਾਈਵਰ ਨੂੰ ਪੁੱਛ ਸਕਦੇ ਹੋ। ਡਰਾਈਵਰ ਕਹਿਣ ਲੱਗਾ, ਸਾਹਿਬ ਮੈਂ ਆਪ ਉਸ ਨੂੰ ਚੁਬਾਰੇ ਵਿੱਚ ਜਾਂਦੀ ਨੂੰ ਦੇਖਿਆ ਸੀ। ਤਾਂ ਮਾਲਕਣ ਨੇ ਕਿਹਾ, ਹੁਣੇ ਇਸ ਨੂੰ ਘਰੋਂ ਕੱਢ ਦਿਓ। ਸਾਹਿਬ ਚੰਗੇ ਇਨਸਾਨ ਸੀ। ਕਹਿਣ ਲੱਗੇ, ਮਾਫ ਕਰ ਦਿਓ, ਛੋਟੀ ਜੀ ਮਾਸੂਮ ਬੱਚੀ ਹੈ, ਕਿੱਥੇ ਜਾਏਗੀ। ਸਾਹਿਬ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ, ਅੱਜ ਤੋਂ ਬਾਅਦ ਚੋਰੀ ਨਾ ਕਰਨਾ। ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਨੂੰ ਦੱਸ ਦੇਵੀਂ। ਮੈਂ ਅੱਖਾਂ ਨੀਵੀਆਂ ਕਰਕੇ ਚੁੱਪਚਾਪ ਖੜੀ ਰਹੀ। ਇੱਕ ਗਰੀਬ ਬੇਸਹਾਰਾ ਕੁੜੀ ਹੋਰ ਕਰ ਵੀ ਕੀ ਸਕਦੀ ਸੀ। ਸਮਾਂ ਬੀਤਦਾ ਗਿਆ ਤੇ ਮੈਂ ਆਪਣੀਆਂ ਅੱਖਾਂ ਤੇ ਕੰਨ ਬੰਦ ਕਰਕੇ ਦਿਨ ਕੱਟਦੀ ਰਹੀ। ਇਸ ਤਰ੍ਹਾਂ 2 ਸਾਲ ਲੰਘ ਗਏ। ਇੱਕ ਦਿਨ ਮਾਲਕ ਤੇ ਮਾਲਕਣ ਕਿਸੇ ਕੰਮ ਲਈ ਬਾਹਰ ਗਏ ਸੀ। ਜਦੋਂ ਵੀ ਉਹ ਬਾਹਰ ਜਾਂਦੇ ਤਾਂ ਡਰਾਈਵਰ ਨੂੰ ਛੁੱਟੀ ਦੇ ਦਿੰਦੇ ਸੀ। ਉਸ ਦਿਨ ਵੀ ਉਹਨਾਂ ਨੇ ਡਰਾਈਵਰ ਨੂੰ ਕਿਹਾ ਕਿ ਅੱਜ ਅਸੀਂ ਕਿਤੇ ਬਾਹਰ ਚੱਲੇ ਹਾਂ ਤਾਂ ਤੇਰੀ ਅੱਜ ਛੁੱਟੀ ਹੈ। ਮਾਲਕਣ ਦੀ ਬੇਟੀ ਸਕੂਲ ਗਈ ਹੋਈ ਸੀ। ਮੈਨੂੰ ਕਹਿ ਗਏ ਉਸ ਦਾ ਖਿਆਲ ਰੱਖਣਾ। ਜਦੋਂ ਉਹ ਦੁਪਹਿਰ 2 ਵਜੇ ਦੇ ਕਰੀਬ ਸਕੂਲ ਤੋਂ ਆਈ ਤਾਂ ਮੈਂ ਉਸ ਨੂੰ ਖਾਣਾ ਦੇ ਕੇ ਉਸਦੇ ਕੋਲ ਬੈਠ ਗਈ। ਉਹ ਵੈਸੇ ਵੀ ਮੇਰੇ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਦੀ ਸੀ, ਇਸੇ ਲਈ ਮੈਨੂੰ ਉਹ ਬਹੁਤ ਵਧੀਆ ਲੱਗਦੀ ਸੀ। ਥੋੜੀ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਤੇ ਮੈਂ ਵੇਖਿਆ ਡਰਾਈਵਰ ਬਾਹਰ ਖੜਾ ਸੀ। ਜਦੋਂ ਮੈਂ ਗਈ ਤਾਂ ਕਹਿਣ ਲੱਗਾ, ਮਾਲਕਣ ਆ ਗਈ। ਮੈਂ ਕਿਹਾ, ਨਹੀਂ। ਫਿਰ ਉਸਨੇ ਕਿਹਾ, ਠੀਕ ਹੈ, ਮੈਨੂੰ ਕੁਝ ਕੰਮ ਸੀ, ਮੈਂ ਉਸ ਦਾ ਇੰਤਜ਼ਾਰ ਕਰ ਲੈਂਦਾ ਹਾਂ।
ਮੇਰੇ ਇਨਕਾਰ ਕਰਨ ਦੇ ਬਾਵਜੂਦ ਉਹ ਅੰਦਰ ਆ ਗਿਆ। ਅੰਦਰ ਆ ਕੇ ਉਸਨੇ ਇੱਧਰ ਉੱਧਰ ਝਾਕਿਆ ਤੇ ਫਿਰ ਆਸ਼ੂ ਦੇ ਕਮਰੇ ਵਿੱਚ ਚਲਾ ਗਿਆ। ਉਸਨੇ ਮੈਨੂੰ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਹਿਬ ਨੂੰ ਦੱਸ ਦਿਆਂਗਾ ਕਿ ਤੁਸੀਂ ਮੈਨੂੰ ਖੁਦ ਫੋਨ ਕਰਕੇ ਬੁਲਾਇਆ ਹੈ। ਫਿਰ ਉਹਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਆਸ਼ੂ ਮਾਸੂਮ ਜੀ ਕੁੜੀ ਸੀ। ਉਸਦੇ ਅੰਦਰੋਂ ਰੋਲਾ ਪਾਉਣ ਦੀ ਆਵਾਜ਼ ਬਾਹਰ ਆਉਣ ਲੱਗੀ। ਮੈਂ ਸਮਝ ਗਈ ਕਿ ਮਾਲਕਣ ਨੇ ਮੇਰੇ ਸਾਹਮਣੇ ਬੈਠ ਕੇ ਮੇਰੀ ਤਬਾਹੀ ਦਾ ਦ੍ਰਿਸ਼ ਦੇਖਿਆ ਸੀ। ਅੱਜ ਇਹ ਸਭ ਉਸਦੀ ਧੀ ਨਾਲ ਹੋਣ ਵਾਲਾ ਸੀ। ਮੈਂ ਲੁੱਕ ਕੇ ਵੇਖਣਾ ਚਾਹੁੰਦੀ ਸੀ ਪਰ ਮੈਂ ਅਜਿਹਾ ਨਹੀਂ ਕਰ ਸਕੀ। ਸ਼ਾਇਦ ਮੇਰੀ ਜ਼ਮੀਰ ਅਜੇ ਵੀ ਜਿੰਦਾ ਸੀ। ਮੈਂ ਭੱਜ ਕੇ ਨੇੜੇ ਦੇ ਘਰ ਗਈ ਤੇ ਉਹਨਾਂ ਨੂੰ ਸਾਰੀ ਘਟਨਾ ਦੱਸੀ। ਉਸ ਘਰ ਦੇ ਬੰਦੇ ਝੱਟ ਮੇਰੇ ਨਾਲ ਆ ਗਏ। ਆਉਂਦਿਆਂ ਹੀ ਉਹਨਾਂ ਨੇ ਦਰਵਾਜ਼ੇ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ। ਫਿਰ ਡਰਾਈਵਰ ਨੇ ਘਬਰਾ ਕੇ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਆਂਢ ਗੁਆਂਢ ਦੇ ਲੋਕਾਂ ਨੇ ਫੋਨ ਕਰਕੇ ਮਾਲਕ ਨੂੰ ਜਲਦੀ ਘਰ ਆਉਣ ਲਈ ਕਿਹਾ। ਥੋੜੀ ਦੇਰ ਬਾਅਦ ਮਾਲਕ ਤੇ ਮਾਲਕਣ ਘਰ ਆ ਗਏ। ਪਹਿਲਾਂ ਤਾਂ ਉਹਨਾਂ ਨੇ ਉਸ ਡਰਾਈਵਰ ਨੂੰ ਬਹੁਤ ਕੁੱਟਿਆ, ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੇਰਾ ਦਿਲ ਤਾਂ ਮਾਲਕਣ ਦਾ ਵੀ ਪਰਦਾਫਾਸ਼ ਕਰਨਾ ਚਾਹੁੰਦਾ ਸੀ ਪਰ ਇੱਕ ਵਾਰ ਫਿਰ ਪਹਿਲਾਂ ਵਾਂਗ ਚੁੱਪ ਰਹੀ, ਇਹ ਸੋਚ ਕੇ ਕਿ ਮਾਲਕ ਬਹੁਤ ਚੰਗੇ ਇਨਸਾਨ ਹਨ ਤੇ ਜਦੋਂ ਉਹਨਾਂ ਨੂੰ ਆਪਣੀ ਪਤਨੀ ਦੀ ਅਸਲੀਅਤ ਪਤਾ ਲੱਗਦੀ ਤਾਂ ਉਹਨਾਂ ਦਾ ਘਰ ਬਰਬਾਦ ਹੋ ਜਾਂਦਾ। ਉਸ ਡਰਾਈਵਰ ਨੂੰ ਨਾਬਾਲਿਗ ਆਸ਼ੂ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਦੇ ਜੁਰਮ ਵਿੱਚ ਉਮਰ ਕੈਦ ਦਿੱਤੀ ਗਈ। ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਆਸ਼ੂ ਦੇ ਨਾਲ-ਨਾਲ ਉਹ ਮੇਰਾ ਵੀ ਕਸੂਰਵਾਰ ਸੀ। ਫਿਰ ਇੱਕ ਦਿਨ ਮਾਲਕਣ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਮੇਰੇ ਪੈਰਾਂ ਕੋਲ ਬੈਠ ਗਈ ਤੇ ਕਹਿਣ ਲੱਗੀ, ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਹੈ ਪਰ ਤੂੰ ਅਜੇ ਵੀ ਮੇਰਾ ਰਾਜ ਨਹੀਂ ਖੋਲਿਆ। ਮੈਨੂੰ ਮਾਫ ਕਰ ਦੇ। ਅੱਜ ਤੋਂ ਮੈਂ ਤੁਹਾਡਾ ਦੋਨਾਂ ਭੈਣਾਂ ਦਾ ਆਪਣੀ ਧੀ ਨਾਲੋਂ ਵੱਧ ਖਿਆਲ ਰੱਖਾਂਗੀ। ਮੇਰੀਆਂ ਅੱਖਾਂ ਵਿੱਚੋਂ ਸਿਰਫ ਹੰਝੂ ਹੀ ਵਹਿ ਰਹੇ ਸੀ। ਮੈਂ ਆਪਣੀ ਛੋਟੀ ਭੈਣ ਦੇ ਭਵਿੱਖ ਬਾਰੇ ਸੋਚ ਕੇ ਮਾਲਕਣ ਨੂੰ ਮਾਫ ਕਰ ਦਿੱਤਾ। ਮਾਲਕਣ ਦੀ ਮਦਦ ਨਾਲ ਅਸੀਂ ਆਪਣੀ ਮਤਰੇਈ ਮਾਂ ਤੋਂ ਜ਼ਮੀਨ ਜਾਇਦਾਦ ਵਾਪਸ ਲੈ ਲਈ ਤੇ ਸਾਡੇ ਉੱਤੇ ਜ਼ੁਲਮ ਕਰਨ ਦੇ ਦੋਸ਼ ਵਿੱਚ ਤੇ ਸਾਡੇ ਪਿਤਾ ਨੂੰ ਮਾਰ ਕੇ ਦੌਲਤ ਹੜੱਪਣ ਦੇ ਜੁਰਮ ਵਿੱਚ ਮਨਜੀਤ ਤੇ ਮੇਰੀ ਮਤਰੇਈ ਮਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।